ਲਿਖੈ ਤਾਪੋ ਤਾਪ ਤਿਸਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪ ਸਭ ਕੁਛ ਆਪੇ ਆਪ ਬੜੀ ਵੱਡੇ ਕੀਆਂ ਵੱਡੀਆਂ ਜਿਸ ਕਹਿਣਾ ਕਹਿਣਾ ਜਾਏ ਕਥਾ ਬਾਤ ਕਰੀ ਚੇਲਿਆਂ ਨੇ ਕਿਹਾ ਬਾਬਾ ਜੀ ਆਉਂ ਕਰੋ ਕਿਰਪਾ ਕਰੋ ਕੁਝ ਸਮਾਂ ਸਾਨੂੰ ਹੋਰ ਦੇ ਦਿਓ। ਸੰਤਾਂ ਨੇ ਕਿਹਾ ਲੋ ਪੈਸੇ। ਉਹਨਾਂ ਸਮਿਆਂ ਵਿੱਚ ਚਲੋ 1000 ਰੁਪਏ 2 ਕਿਲੋ 3 ਕਿਲੋ ਕਈ ਲੱਖਾਂ ਦਾ ਲੱਖ ਰੁਪਏ ਦੇ ਦਿੱਤਾ। ਭਾਈ ਆਉਂ ਕਰੋ
ਇਹ ਬਾਜ਼ਾਰ ਵਿੱਚ ਚਲੇ ਜਾਓ, ਜਾ ਕੇ ਤੁਸੀਂ ਉੱਥੋਂ ਨਾ ਇੱਕ ਸਵਾਸ ਮੁੱਲ ਲਿਆ ਦਿਓ ਮੈਨੂੰ, ਇੱਕ ਸਵਾਸ। ਮੈਂ ਉਹਦੀ ਕਮਾਈ ਕਰਕੇ ਹੋਰ ਸਵਾਸ ਅੱਗੇ ਬਣਾਉਣਾ, ਇੱਕ ਸਵਾਸ ਮੁੱਲ ਲਿਆ ਦਿਓ। ਬਾਜ਼ਾਰ ਵਿੱਚ ਸਾਰੇ ਗੇੜਾ ਕੱਢਿਆ, ਹਰ ਇੱਕ ਚੀਜ਼ ਮਿਲ ਜਾਂਦੀ ਹੈ, ਪਰ ਇਹ ਚੀਜ਼ ਕਿਤੋਂ ਮਿਲਣ ਵਾਲੀ। ਸਾਰੇ ਗੇੜਾ ਕੱਢ ਕੇ ਵਾਪਸ ਮੁੜ ਆਏ, ਬਾਬਾ ਜੀ ਇਹ ਚੀਜ਼ ਨਹੀਂ ਕਿਤੋਂ ਮਿਲੀ। ਮਹਾਂਪੁਰਖ ਕਹਿਣ ਲੱਗੇ, ਭਾਈ ਜਿਹੜੇ ਏਡੇ ਬੇਕੀਮਤੀ ਸਵਾਸ ਨੇ, ਜਿਹੜੇ ਭਾਵ ਕਿਤੋਂ ਬਾਹਰਲੇ ਦੇਸ਼ਾਂ ਚੋਂ ਵੀ ਕਿਤੋਂ ਮੁੱਲ ਨਹੀਂ ਮਿਲਦੇ, ਉਹ ਸਵਾਸ ਤੁਹਾਡੇ ਬਿਰਥ ਜਾ ਰਹੇ ਪਰਮਾਤਮਾ ਦੇ ਨਾਮ ਤੋਂ। ਮਾਨਸ ਜਨਮ ਦੁਰਲਭ ਹੈ, ਬੜੀ ਦੁਰਲਭ ਵਸਤੂ ਹੈ। ਹੋਏ ਨਾ ਬਾਰੰਬਾਰ, ਅੱਜ ਕਦੇ ਦੁਆਰਾ ਨਹੀਂ ਮਿਲਦੀ। ਸਮਾਂ ਕਿੰਨਾ ਕੁ ਲੱਗਦਾ ਹੈ, ਜਿਉਂ ਬਨਬਲ ਪੱਕੇ ਭੋਏ ਗਿਰੇ ਬੌਰ ਰਣ ਲੱਗ ਗਿਆ। ਦਰਖਤ ਦੇ ਨਾਲੋਂ ਫਲ ਲੱਗ ਗਿਆ ਹੋਇਆ, ਜਿਹੜਾ ਉਹ ਟੁੱਟ ਜੇ, ਪੱਕ ਕੇ ਟੁੱਟ ਕੇ ਡਿੱਗ ਪਿਆ। ਕੋਈ ਵੀ ਦੁਨੀਆ ਦੀ ਚੀਜ਼ ਨਹੀਂ ਹੈ ਜਿਹੜੀ ਉਸ ਫਲ ਨੂੰ ਦੁਬਾਰਾ ਜੋੜ ਦੇਵੇ। ਸੱਚੇ ਪਾਤਸ਼ਾਹ ਕਹਿਣ ਲੱਗੇ, ਇਸੇ ਤਰ੍ਹਾਂ ਤੇਰਾ ਮਨੁੱਖਾ ਜੀਵਨ ਹੈ। ਜਦੋਂ ਇੱਕ ਵਾਰੀ ਇਹ ਜੀਵਨ ਚਲਿਆ ਗਿਆ, ਮੁੜ ਕੇ ਨਹੀਂ ਮਿਲਣਾ। ਫਿਰ ਸਮਾਂ ਕਿੰਨਾ ਕੁ ਲੱਗੂਗਾ, ਭਈ ਪ੍ਰਾਪਤ ਮਨੁੱਖ ਦੀ ਵਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਵਰੀਆ। ਇੱਕ ਘੱਟ 84 ਲੱਖ ਜੂਨਾਂ ਨੇ, ਜਿਨ੍ਹਾਂ ਦੇ ਵਿੱਚੋਂ ਪਰਮਾਤਮਾ ਨੂੰ ਨਾਮ ਜਪਣ ਦਾ ਉਹਨਾਂ ਨੂੰ ਅਧਿਕਾਰ ਨਹੀਂ ਹੈ, ਜਪ ਨਹੀਂ ਸਕਦੇ ਭਾਵ, ਕਿਉਂਕਿ ਉਹਨਾਂ ਦਾ ਮੁਖ ਗੂੰਗਾ ਹੈ। ਜਪਦੇ ਜ਼ਰੂਰ ਨਹੀਂ, ਪਰ ਬਾਬਾ ਫਰੀਦ ਜੀ ਕਹਿੰਦੇ ਨੇ, ਕੰਕਰ ਚੁਗਣ ਥਲ ਵਸਨ ਰੱਬ ਨਾ ਛੋਟਣ ਪਾ। ਛੋਟਣ ਦਾ ਭਾਵ ਹੈ ਕਿ ਉਹ ਪਰਮਾਤਮਾ ਦਾ ਨਾਮ ਜਪਦੇ ਨੇ, ਇੱਕ ਮਿੰਟ ਵੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਦੂਰ ਨਹੀਂ ਹੁੰਦੇ। ਰੱਬ ਨਾ ਛੋਟਣ ਪਾਸ। ਮਨੁੱਖ ਨੂੰ ਸਮਝਾਉਣ ਵਾਸਤੇ ਬੜੇ ਜਾਨਵਰਾਂ ਦਾ ਵੀ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜਾ ਉਦਾਹਰਨ ਦਿੱਤਾ ਹੈ। ਭਗਤ ਕਬੀਰ ਜੀ ਕਹਿੰਦੇ, ਐਡਾ ਮਨੁੱਖਾ ਜਨਮ ਹੈ ਜਿਹੜਾ ਤੈਨੂੰ ਇੱਕ ਵਾਰੀ ਮਿਲ ਗਿਆ, ਮੁੜ ਕੇ ਨਹੀਂ ਮਿਲਣਾ। ਮੁੜ ਕੇ 7.5 ਅਰਬ ਹਜ਼ਾਰ ਸਾਲ ਬਾਅਦ ਕਿਤੇ ਜਾ ਕੇ ਮਿਲਣਾ। ਇੰਨਾ ਚਿਰ ਫਿਰ ਮਨੁੱਖ ਕਰੂਗਾ ਕਿ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੂੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ। ਮੇਰੇ ਜਗਦੀਸ਼ ਮਿਲਣ ਕੀ ਬਰੀਆ, ਚਰਮ ਕਾਲੇ ਦੇਸ ਜਰੀਆ, ਭਈ ਪ੍ਰਾਪਤ ਮਾਨੁਖ ਦੇ ਉਬਰੀਆ। ਗੋਬਿੰਦ ਮਿਲਣ, ਗੋਬਿੰਦ ਨਾਮ ਪਰਮਾਤਮਾ ਦਾ ਹੈ। ਉਸ ਰੱਬ ਨੂੰ ਮਿਲਣ ਵਾਸਤੇ ਆ ਤੇਰੀ ਬਾਰੀ ਹੈ। ਬਰੀਆ ਤੋਂ ਭਾਵ ਬਾਰੀ, ਹੋਰ ਅਰਥ ਨਹੀਂ ਹੈ ਇਹਦਾ। ਬਰੀਆ ਦਾ ਅਰਥ ਬਾਰੀ ਹੁੰਦਾ ਹੈ, ਵੀ ਆ ਬਾਰੀ ਹੈ ਤੇਰੀ, ਪਰਮਾਤਮਾ ਨੂੰ ਨਾਮ ਜਪਣ। ਲੈ ਦੇਣਾ ਪਰਮਾਤਮਾ ਦਾ ਨਾਮ ਜਪ ਲੈ, ਭਾਵੇਂ ਨਿੰਦਾ ਚੁਗਲੀ ਕਰ ਲੈ, ਭਾਵੇਂ ਕਿਸੇ ਦੀ ਵੱਟ ਵੀ ਕਰ ਲੈ, ਤੇਰੀ ਮਰਜ਼ੀ ਹੈ। ਪਰ ਤੈਨੂੰ ਮਿਲੀ ਕਾਹਦੇ ਵਾਸਤੇ ਹੈ? ਸਤਿਗੁਰੂ ਜੀ ਨੇ ਭਗਤ ਕਬੀਰ ਜੀ ਆਪਣੀ ਬਾਬਤ ਕਹਿੰਦੇ, ਹੁਣ ਦੇ ਦਿੱਤੀ। ਹੁਣ ਦੇਖਦੇ ਵੀ ਇਹ ਖੇਤੀ ਨਾਲ ਤੂੰ ਕੀ ਕੰਮ ਕਰਦਾ। ਇਹ ਤੈਨੂੰ ਖੇਤੀ ਸਰੀਰ ਰੂਪੀ ਖੇਤ ਸੀ, ਖੇਤ ਸਰੀਰ ਜੋ ਬੀਜੀ ਹੈ, ਸੁਅੰਤ ਖਲੋਆ ਆਏ। ਕਹਿੰਦੇ ਹੁਣ ਤੈਨੂੰ ਸਰੀਰ ਰੂਪੀ ਖੇਤ ਮਿਲ ਗਿਆ। ਹੁਣ ਦੇਖਦੇ ਇਹਦੇ ਵਿੱਚ ਤੂੰ ਕੀ ਬੀਜਦਾ ਹੈ। ਇਹਦੇ ਵਿੱਚ ਨਾਮ ਬੀਜਦਾ ਹੈ ਜਾਂ ਇਹਦੇ ਵਿੱਚ ਤੂੰ ਨਿੰਦਾ ਚੁਗਲੀ ਈਰਖਾ ਬਖੀਲੀ ਬੀਜਦਾ, ਕੀ ਬੀਜਦਾ ਹੈ ਇਹ ਦੇਖਦੇ ਆ। ਇਹ ਸਮਾਂ ਕਿੱਥੇ ਹੋਊਗਾ? ਭਈ ਉਥੇ ਅੰਤ ਕੀ ਬਾਰ ਬਖਸ਼ ਬੰਦੇ ਕੋ ਬਹੁੜ ਨਾ ਭਵ ਜਲ ਫੇਰੈ। ਇਹ ਨਿਵੇੜਾ ਕਿੱਥੇ ਹੋਊਗਾ? ਭਗਤੇ ਜੀ। ਭਗਤ ਕਬੀਰ ਜੀ ਕਹਿੰਦੇ ਹੋਣ ਵਾਲਾ ਜਨਮ ਪਤਾ ਕਿਹੜਾ? ਹੀਰਾ ਜਨਮੇ ਮੋਲਕ ਤੇਰਾ, ਜਾਂਦਾ ਵੀ ਜਾਂਦਾ ਵੀ ਤੇਰਾ, ਜਾਂਦਾ ਵੀ ਜਾਂਦਾ ਵੀ
ਕਹਿੰਦੇ ਰੋਜ਼ ਦਾ ਸਮਾਂ ਲੰਘਦਾ ਹੈ, ਰੋਜ਼ ਦੇ ਸਵਾਸ ਘਟ ਰਹੇ ਨੇ, ਤੇ ਰੋਜ਼ ਦੇ ਸਵਾਸ ਘਟਦੇ ਨੇ, ਰੋਜ਼ ਦੇ ਤੈਨੂੰ ਇਹ ਸਰੀਰ ਤੋਂ ਜਿਹੜੀ ਇੱਕ ਸਿੱਖਿਆ ਮਿਲਦੀ ਹੈ, ਚੱਲਣ ਚੱਪਣ ਤਨ ਸੇ ਸੁਣੀਅਰ ਵਹਿ ਗਏ, ਏੜੇ ਮੁੱਤੀ ਤਾਸ ਜਾਨੀ ਚੱਲ ਗਏ। ਹੁਣ ਮਨੁੱਖਾ ਦੇਹੀ ਸਰੀਰ ਜਿਹੜਾ ਹੈ ਸੰਤ ਬਾਬਾ ਨਰੈਣ ਸਿੰਘ ਮੁਨੀ ਜੀ ਮਹਾਰਾਜ ਨੂੰ ਵੀ ਮਿਲਿਆ, ਸੰਤ ਬਾਬਾ ਤਰਸਿੰਘ ਮਹਾਰਾਜ ਨੂੰ ਵੀ ਮਿਲਿਆ, ਭਗਤ ਪੂਰਨ ਸਿੰਘ ਜੀ ਮਹਾਰਾਜ ਪਿੰਗਲਵਾੜੇ ਦੇ ਬਾਨੀ ਉਹਨਾਂ ਨੂੰ ਵੀ ਮਿਲਿਆ। ਇਹ ਸਰੀਰ ਇੱਕ ਸੱਜਣ ਠੱਗ ਨੂੰ ਵੀ ਮਿਲਿਆ, ਬਲੀ ਕੰਧਾਰੀ ਨੂੰ ਵੀ ਮਿਲਿਆ, ਗੁਰੂ ਨਾਨਕ ਦੇਵ ਮਹਾਰਾਜ ਨੂੰ ਮਿਲਿਆ, ਔਰੰਗਜ਼ੇਬ ਨੂੰ ਵੀ ਮਿਲਿਆ। ਹੁਣ ਦੇਖੋ ਇਹ ਸਰੀਰ ਦੀ ਵਰਤੋਂ, ਇਹਦੇ ਗੁਣ ਜਿਹੜੇ ਪਰਮਾਤਮਾ ਨੇ ਪਾਏ, ਉਹਨਾਂ ਦਾ ਵਰਤਨ ਦਾ ਢੰਗ ਕਿਹੋ ਜਿਹਾ ਸੀ, ਹਰ ਇੱਕ ਦਾ ਵੱਖੋ ਵੱਖਰਾ ਸੀ। ਇੱਕ ਸਰੀਰ ਡਾਕਟਰ ਕੋਲੇ ਵੀ ਹੈ, ਇੱਕ ਸਰੀਰ ਉਸ ਡਾਕੂ ਬੰਦੇ ਕੋਲੇ ਵੀ ਹੈ, ਚੋਰ ਨੂੰ ਕਹਿ ਲਓ। ਇੱਕ ਸਰੀਰ ਉਸ ਚੋਰ ਕੋਲੇ ਹੈ ਜਿਹੜਾ ਹਰ ਵਕਤ ਬਦਫੈਲੀਆਂ ਦੇ ਵਿੱਚ ਲੱਗਿਆ ਹੋਇਆ। ਇੱਕ ਸਰੀਰ ਡਾਕਟਰ ਕੋਲੇ ਹੈ ਜਿਹੜਾ ਉੱਠਣ ਸਾਰ ਹੀ ਸੋਚਦਾ ਹੈ ਆਹ ਮਨੁੱਖ ਦਾ ਵੀ ਭਲਾ ਹੋ ਜਾਵੇ। ਅੱਜ ਭਾਵੇਂ ਵਿੱਚ ਲਾਲਚ ਜ਼ਰੂਰ ਹੈ, ਪਰ ਉਹ ਸੋਚਦਾ ਹੈ ਇਸ ਮਨੁੱਖ ਦਾ ਵੀ ਭਲਾ ਕਿਸੇ ਨਾ ਕਿਸੇ ਲੋੜ ਹੋ ਜਾਵੇ। ਇੱਕ ਸਰੀਰ ਗੁਰੂ ਅੰਗਦ ਸਾਹਿਬ ਮਹਾਰਾਜ ਕੋਲੇ ਹੈ, ਇੱਕ ਸਰੀਰ ਹੈ ਜੋਧ ਪੰਡਤ ਕੋਲੇ। ਹੁਣ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਉੱਠਣ ਸਾਰ ਅੰਮ੍ਰਿਤ ਵੇਲੇ ਗਿਆਨ ਧਿਆਨ ਦੇ ਨਾਲ ਜੁੜਦੇ ਨੇ, ਇਸ਼ਨਾਨ ਧਿਆਨ ਕਰਿਆ ਤੇ ਉਹ ਪਰਉਪਕਾਰ ਵਾਸਤੇ ਸੋਚਦੇ ਨੇ। ਤੇ ਜੋਧ ਪੰਡਤ ਉੱਠਣ ਸਾਰ ਮਨ ਵਿੱਚ ਹਉਮੈ ਦਾ ਹੰਕਾਰ ਦਾ ਸਭ ਪੈਦਾ ਹੋ ਜਾਂਦਾ ਹੈ, ਮੈਂ ਕਿਹਦਾ ਬੁਰਾ ਕਰਾਂ। ਸਰੀਰ ਦੋਨਾਂ ਕੋਲ ਹੀ, ਸਰੀਰ ਇੱਕੋ ਜੀ ਹੈ, ਵੱਡਾ ਛੋਟਾ ਪਤਲਾ ਮੋਟਾ ਤਾਂ ਹੋ ਸਕਦਾ ਹੈ, ਪਰ ਮਨੁੱਖਾ ਦੇ ਵੀ ਦੋ ਹੱਥ ਬਖਸ਼ੇ ਨੇ, ਉਹ ਨਿੰਦਕ ਨੂੰ ਵੀ ਬਖਸ਼ੇ ਨੇ, ਦੋ ਹੱਥ ਇੱਕ ਸੰਤ ਨੂੰ ਵੀ ਦਿੱਤੇ ਨੇ। ਦੋ ਹੱਥ ਜਿਹੜੇ ਸੰਤ ਨੂੰ ਦਿੱਤੇ ਆ ਉਹ ਕਹਿੰਦੇ ਤੂੰ ਪਰਉਪਕਾਰ ਵੱਲ ਵਧਾ ਇਹਨਾਂ ਨੂੰ। ਦੋ ਹੱਥ ਉਸ ਨਿੰਦਕ ਨੂੰ ਵੀ ਦਿੱਤੇ ਆ, ਉਹ ਕਹਿੰਦਾ ਇਹਨਾਂ ਨੂੰ ਕਿਸੇ ਨੂੰ ਮਾਰਨ ਵਾਸਤੇ ਵਧਾਈਏ, ਨਿੰਦਾ ਚੁਗਲੀ ਵਾਸਤੇ ਵਧਾਈਏ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਖਤ ਤੇ ਬੈਠੇ ਨੇ। ਹੁਣ ਜੋਧ ਪੰਡਤ ਕੱਲ ਵਿਰਾਗੀ ਨੇ ਸੁਣਿਆ, ਜਦੋਂ ਸਾਰਾ ਦਿਨ ਪੜਦਾ ਰਿਹਾ ਤੇ ਜਾ ਕੇ ਮਾਤਾ ਖੀਵੀ ਜੀ ਦੇ ਚਰਨਾਂ ਵਿੱਚ ਡਿੱਗ ਪਿਆ, ਮੈਨੂੰ ਭੋਜਨ ਛਕਾ ਦਿਓ। ਮਾਤਾ ਜੀ ਕਹਿਣ ਲੱਗੇ ਤੂੰ ਕਰਮ ਕਾਂਡੀ ਹੈ। ਇੱਥੇ ਸ਼ੂਦਰੀ ਬਣਾਉਂਦੇ ਨੇ ਤੇ ਸ਼ੂਦਰੀ ਵਰਤਾਉਂਦੇ ਨੇ, ਪਰ ਹੈ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ। ਇਹ ਤੇਰੇ ਮਨ ਦਾ ਭਰਮ ਹੈ ਜੋਧ ਪੰਡਤ ਪੁੱਤਰਾ, ਤੇਰੇ ਮਨ ਦਾ ਭਰਮ ਹੈ। ਪੰਜ ਤੱਤਾਂ ਦਾ ਸਰੀਰ ਸਭ ਦਾ ਹੈ, ਪੰਜ ਤੱਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ। ਇਸ ਮਨੁੱਖ ਨੇ ਨਾ ਬਾਅਦ ਚ ਨਾਮ ਰੱਖ ਲਿਆ ਹੁੰਦਾ, ਮੈਂ ਫਲਾਣਾ ਸਿੰਘ, ਮੇਰਾ ਨਾਂ ਹੈ, ਸਾਡੀ ਬਰਾਦਰੀ ਹੈ। ਪਰ ਪਰਮਾਤਮਾ ਤੋਂ ਪੁੱਛੋ ਵੀ ਰੱਬ ਨੇ ਕਿਹੜੀ ਬਰਾਦਰੀ ਬਣਾ ਕੇ ਭੇਜੀ ਹੈ, ਦੱਸ ਦਿਓ। ਕੋਈ ਵੀ ਬੰਦਾ ਦੱਸ ਦੇਵੇ ਵੀ ਰੱਬ ਨੇ ਆਹ ਬਣਾ ਕੇ ਭੇਜੇ, ਰੱਬ ਨੇ ਆਹ ਮਨੁੱਖ, ਹਾਂ ਰੱਬ ਨੇ ਇੱਕ ਮਨੁੱਖ ਬਣਾ ਕੇ ਭੇਜ ਦਿੱਤਾ ਵੀ ਇਸ ਮਨੁੱਖ, ਜਿਵੇਂ ਉਹ ਲਿਖਿਆ ਕਿਸੇ ਨੇ, ਕਹਿੰਦੇ ਪੰਜ ਤੱਤਾਂ ਦਾ ਘੜਿਆ ਪੂਤਲਾ, ਇਹਦਾ ਨਾਂ ਧਰਿਆ ਬੰਦਾ। ਪੰਜ ਤੱਤਾਂ ਦਾ ਪੂਤਲਾ ਬਣਾ ਕੇ ਇਹਦਾ ਨਾਂ ਕੀ ਧਰਤਾ, ਬੰਦਾ। ਬੰਦਾ ਕੌਣ ਹੈ? ਬੰਦਾ ਹੋਏ ਸੋ ਬੰਦਗੀ ਕਰੇ। ਕਹਿੰਦੇ ਇਹਦਾ ਨਾਂ ਧਰਤਾ ਬੰਦਾ, ਇਹਨੂੰ ਬੰਦਾ ਕਹਿ ਦਿੱਤਾ। ਜਦੋਂ ਇਹਦਾ ਨਾਂ ਬੰਦਾ ਧਰ ਦਿੱਤਾ ਤੇ ਪੈਦਾ ਹੋਇਆ, ਤੇ ਫਿਰ ਸਾਡੇ ਮਾਪਿਆਂ ਨੇ ਨਾਂ ਧਰ ਦਿੱਤਾ ਇਹਦਾ ਨਾਂ ਫਲਾਣਾ ਸਿੰਘ, ਇਹਦਾ ਨਾਂ ਆਹ ਧਰ ਦਿਓ, ਇਹਦਾ ਨਾਂ ਆਹ ਧਰ ਦਿਓ। ਅੱਗੇ ਫਿਰ ਉਹਦਾ ਕੰਮ ਤੇ ਜਾ ਕੇ ਕਰਮਾਂ ਉੱਪਰ ਨਿਬੜਿਆ। ਕਹਿੰਦੇ ਉਹ ਜਿਹੋ ਜਿਹਾ ਮਨੁੱਖ ਕੋਈ ਕੰਮ ਕਰੂਗਾ ਨਾ,
ਤੇ ਉਹਦਾ ਨਾਮ ਉਹੇ ਜਿਹਾ ਪੈ ਜੋ। ਮਨੂ ਸਿਮਰਤੀਆਂ ਜਦੋਂ ਲਿਖੀਆਂ ਨਾ, ਮਨੂ ਜੀ ਨੇ ਸਾਨੂੰ ਵਰਨਾ ਵਿੱਚ ਵੰਡ ਦਿੱਤਾ, ਕੰਮਾਂ ਵਿੱਚ ਵੰਡ ਦਿੱਤਾ। ਜਿਹੜਾ ਕੋਈ ਕੰਮ ਕਰ ਲੱਗਿਆ ਉਹਦਾ ਨਾਮ ਪੈ ਗਿਆ। ਹੁਣ ਇੱਕ ਮਿਸਤਰੀ ਸਿੰਘ ਹੈ, ਉਹ ਕੰਮ ਕਰਦਾ ਹੈ, ਉਹ ਹੋਰ ਬਰਾਦਰੀ ਦਾ ਵੀ ਹੋ ਸਕਦਾ ਹੈ, ਪਰ ਉਹ ਕੰਮ ਕਰਦਾ ਚੇਨਈ ਦਾ, ਉਹਨੂੰ ਸਾਰੇ ਕਹਿਣਗੇ ਮਿਸਤਰੀ ਸਾਹਿਬ। ਕੋਈ ਪਾਠੀ ਸਿੰਘ ਹੈ, ਗ੍ਰੰਥੀ ਸਿੰਘ ਹੈ, ਕਿਹੜੀ ਮਰਜ਼ੀ ਬਰਾਦਰੀ ਦਾ ਹੋਵੇ, ਉਹਨੂੰ ਕੀ ਕਹਿਣਗੇ ਲੋਕ? ਇਹ ਗ੍ਰੰਥੀ ਸਿੰਘ ਹੈ ਜੀ, ਇਹ ਰਾਗੀ ਸਿੰਘ ਹੈ ਜੀ, ਇਹ ਲੰਗਰੀ ਸਿੰਘ ਹੈ ਜੀ, ਇਸ ਤਰ੍ਹਾਂ ਕਹਿਣਗੇ। ਪਰ ਵਰਨਾ ਵਿੱਚ, ਜਾਤਾਂ ਵਿੱਚ ਅਸੀਂ ਲੋਕਾਂ ਨੇ ਵੰਡਿਆ, ਪਰਮਾਤਮਾ ਨੇ ਨਹੀਂ ਕਿਹਾ ਵੀ ਤੂੰ ਆ। ਉਹ ਲਿਖਦਾ ਵਿਦਵਾਨ ਪੰਜ ਤੱਤਾਂ ਦਾ ਘੜਿਆ, ਪੁਤਲਾਏ ਦਾ ਨਾ ਧਰਿਆ ਬੰਦਾ। ਕਹਿੰਦੇ ਬੰਦਾ ਧਰ ਦਿੱਤਾ, ਉੱਪਰੋਂ ਦੇਈ ਕੰਚਨ ਵਰਗੇ, ਵਿੱਚ ਮਾਲ ਭਰ ਦਿੱਤਾ ਗੰਦਾ। ਇੱਕ ਨਾੜੀ ਜੇ ਰਹਿ ਜੇ ਨੰਗੀ, ਤਾਂ ਵਿਗੜੇ ਗੋਰਖ ਧੰਦਾ। ਕਹਿੰਦੇ ਸਾਰਿਆਂ ਦੇ ਪੰਜ ਤੱਤਾਂ ਦਾ ਸਰੀਰ ਹੈ ਸਭ ਦਾ, ਸਭ ਦੇ ਅੰਦਰ ਉਹ ਇੱਕੋ ਹੀ ਚੀਜ਼ ਹੈ। ਕਿਹੜੀ? ਜੋ ਭਗਤ ਰਵਿਦਾਸ ਜੀ ਮਹਾਰਾਜ ਜੀ ਫਰਮਾਨ ਕਰਦੇ ਹਨ, ਉਹ ਆਪਣੀ ਪਾਵਨ ਪਵਿੱਤਰ ਗੁਰਬਾਣੀ, ਬਸ ਗੁਰਬਾਣੀ ਪੜ੍ਹੋ, ਵਿਚਾਰੋ, ਪਤਾ ਲੱਗ ਜੂਗਾ ਵੀ ਅਸੀਂ ਕੌਣ ਹਾਂ। ਪਰਮਾਤਮਾ ਜੀ ਦੱਸਦੇ, ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਹੱਡ ਮਾਸ ਨਾੜੀਆਂ ਦਾ ਤੇਰਾ ਪਿੰਜਰਾ, अंदर हड्ड है, ऊपर मास है। ये जिहड़ा ना हड्ड इकट्ठे करके परमात्मा के उपर दी मास का एक गतरा लपेट दिता, इहदा नाम कर दिता बंदा। उपरों देही कंचन वर्गी, उपरों लिपा पोंची करके बंदा वधिया लगता है, सोहना लगता है नहा धो के, पर विच माल भर दिता गंदा। नहा धो के चंगी तरह बंदा वधिया साबण ला के इत्थे बांह ते, लत्त ते, ढिड ते माड़ा जिहा चीर दे के देखे विचों की निकलूगा? खून विच। बाबा जी कहते हाड़ मास नाड़ी को पिंजर, हड्ड ते मास वो नाड़ियां का एक पिंजरा बनाता। हाड़ मास नाड़ी को पिंजर, पंखी बसे बेचारा। परमात्मा की सत्ता जिहड़ी है ना, पंखी दा भाव परमात्मा की आत्मा, आत्मा परमात्मा एको करंतर की दुबदा अंतर भरे। हाड़ मास नाड़ी को पिंजर, पंखी बसे बेचारा। प्राणी क्या मेरा क्या तेरा, जैसे तरवर पंख बसेरा। कहते की फायदा एवं बेर तेर करन दा, एवं अपनी हमें नूं पट्ठे पाउंदा फिरदा है। आ मेरा देख, तेरे सामने देखदियां देख इत्ते गए बाजे बजाए, एक बोर ऐसी जो सच्चा खुदा है। ये माता जी उपदेश कर रहे हैं, माता खीवी जी। करता पुरख निर्भव निर्वैर, अकाल मूर्त अजूनी सहभंग, गुर प्रसाद जप। आदि सच जुगाद सच, हैपी सच, नानक होसी भी सच। सिद्ध सभा कर आसन बैसे, संत सभा जयकार। इसया कह रस मारी, सच्चा प्रभु संत साई जी के
तारणहार सबते ऊंचे जानिए। नानक नाम प्यारो धनश्री महला पहला। आरती ओंकार सतगुर प्रसाद गगन में ताल रघु
ते प्रसन्न भय है मन देवन कै तप मैं सुख पावै जग करे एक केतुर प्रभु भाव निज ज्ञान जावै काल काल कंकर कंकर बाग सुर बाग मारै मित्र गंगा ज्ञान कर जन जचर मचर मित्र कंचन की धुन कंचन की कर आरती कोट कर सुर सुंदर देख गान सुदर्शन देख गुरदर्शन काल में मुकम और गुलान देव गुरी मेरा गुरु सब ये कर और नामंग तो तुम दिन काज कष्ट समात हिरण भीतर संत सहाय सतारक माई कृपा कर पाए गए रब से तुमरे भाव से हो राम रहीम पुराण पुराण तोहरा सगल द्वार को छाड़ के गयो तुम्हारो काज दे सवार सतगुर सत साखी है संतां संगल दान अमृत जाखी है पै पंजन मेरवान दास की राखी है नानक हर गुण गाए अलख प्रभ लाखी है डिठे सभे ताव नहीं तुझे बतो पुरख बधाता तातु सोया बस दी सकनी पाल नु रामदास गुर हर हा नानक कस मिल जाहे नाय रामदास सर कबीर खड़ा बाजार में सबकी मांगे खैर ना काहू से दोस्ती ना काहू से बैर अंतन राजा जन कै जिन सिमरन किया विवेक एक घड़ी के सिमरने लख पापी तरे नेक गुरु तेग बहादुर सिमरिया गुरु तेग बहादुर सिमरिया
गुर प्रसाद नानक मत पाई, कल की तर संगत सिंह ताई, कल की तर संगत सिंह ताई, कल की तीनों थाप गुसाई, घड़ी छड्डण तो पहला कल की दिती संगत, घड़ी छड्डण तो पहला कल की दिती अपने प्यारे, संगत संगनो घड़ी छड्डण तो पहला कल की दिती
ਤਨ ਦੇ ਵਸਤਰ ਲੀਰਾ ਲੀਰਾ, ਪੈਰਾਂ ਦੇ ਵਿੱਚ ਛਾਲੇ, ਸਿਰ ਤੇ ਫਰਜ਼ ਨਿਭਾ ਕੇ ਆਪਣਾ, ਪੈ ਗਏ ਲੱਗ ਟਿਕਾਣੇ ਬੁਰੇ ਛਲ ਪੁੱਤਰਾਂ ਦੇ, ਜਿਹਨੂੰ ਚੋਟ ਲੱਗੇ ਸੋਈ ਜਾਣੇ। ਜੀ ਦੇ ਭੇਟਾ ਪੁੱਤਰਾਂ ਦੀ ਜਦੋਂ ਗੁਰੂ